उपजै निपजै निपज समाई, नैन है देखत हो जग जाय। लाज ना मरो कहो घर मेरा, अंत की बार नहीं कछ तेरा रहा। अनक जतन कर काया पाली, मरती बार अगन संग जली। चोआ चंदन मर्दन अंगा, सो तन जलै काठ कै संगा। कहो कबीर सुनो रे गुणिया, बिन से गो रूप देखे दिखै सब दुनिया। राम सिमर यह तेरा काज है। माया को संग त्याग, प्रभु जो की शरण लाग। जगत सुख मान मिथ्या, झूठो सब साज है। ज़हरा ज़हूर हाजरा हजूर, सर्व कला भरपूर समर्थ गुरु। लोक परलोक दे रखियक भगत वशल, ज्ञान दे सागर सतगुरां दी भगतां दी सिखां भट्टां दी बाणी जोत स्वरूप। धन धन श्री गुरु ग्रंथ साहिब महाराज जी की पावन पवित्र गोद हजूरी दे विच गुरु शब्द दे नाल जुड़ बैठी। देश प्रदेश गुरु शब्द दे नाल जुड़ रही साध संगत जी। धनता दे योग आप जी वडभागे हो, सतगुरां ने दया मेहर कीती है। जीवन दे रहिंदे बचे सवासां नूं लेखे विच लाउण दे लई सानूं समां बख्शिश कीता। जिस मनुख नूं समां मिल जावे उसनूं मतलब जिंदगी मिल जाती है। जिस नूं जिंदगी मिल जाए उसनूं बंदगी का मौका मिल जाता है। जिस नूं बंदगी का मौका मिल जाता है वह बंदा बनने काबिल हो जाता है। जो सचमुच बंदा बन जाता है गुरु की उस ते अपार बख्शिश हो जाती है। जदों गुरु की बख्शिश हो जाती है तो वह सारे जहान ते जग नूं तारन दे समर्थ हो जाता है। सो इसलिए समा बहुत महान ते बलवान हुंदा है। समा बहुत महान ते बलवान हुंदा है। समा रहिंदे जिसने मेहनत कर लई, समय दे नाल जिसने अपना घर-बार बना लिया, समय दे नाल जिसने प्रॉपर्टी पैसा जमा कर लिया, वो आने वाले समय दे विच मतलब अपने बुढ़ेपे दे विच 4 दिन सुख दे कट सकदा है। जे किसी ने समा संभिया ना होवे, अपना जौवन, अपनी मतलब जवानी, अपना बालपन या अपना वो समा जदों कर्म कर सकता सी उस खराब कर दिता होवे, वेस्ट कर दिता होवे, लेखे विच ना लाया होवे, ते उस बंदे दा बुढ़ेपा या पिछली उम्र भी असी कह सकते हैं उस लई दुखा भरी होएगी, परेशानी वाली होएगी। इस करके महाराज जी की बाणी कहती है भी तू प्रैजेंट नूं वर्तमान नूं
ਤੂੰ ਚੰਗਾ ਕਰ, ਵਧੀਆ ਬਣਾ, ਸਫਲ ਕਰ, ਤੇ ਤੈਨੂੰ ਫਿਊਚਰ ਦੀ ਜਿਹੜੀ ਹੈ ਉਹ ਚਿੰਤਾ ਕਰਨ ਦੀ ਜ਼ਰੂਰਤ ਨਹੀਂ। ਅੱਜ ਤੇਰੇ ਕੋਲ ਹੈ, ਕੱਲ੍ਹ ਦਾ ਤੇਰੇ ਕੋਲ ਕੋਈ ਪਤਾ ਨਹੀਂ। ਇਸ ਕਰਕੇ ਅੱਜ ਕਰ, ਹੁਣੇ ਕਰ, ਔਰ ਆਪਣੇ ਸਵਾਸਾਂ ਨੂੰ, ਆਪਣੀ ਕਮਾਈ ਨੂੰ, ਆਪਣੇ ਦਿਲ ਦਿਮਾਗ ਨੂੰ, ਬੁੱਧੀ ਨੂੰ ਚੰਗੇ ਪਾਸੇ ਲਾ, ਮਤਲਬ ਲੇਖੇ ਵਿੱਚ ਲਾ। ਸੋ ਆਓ ਮਹਾਰਾਜ ਜੀ ਮਿਹਰ ਕਰਨ, ਦਇਆ ਕਰਨ, ਕਿਰਪਾ ਕਰਨ। ਲੜੀਵਾਰ ਸ਼ਬਦ ਦੀ ਵਿਚਾਰ ਦੀ ਆਰੰਭਤਾ ਕਰਦੇ ਹਾਂ। ਭਗਤ ਕਬੀਰ ਜੀ ਦਾ ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 325 ਅੰਗ ਦੇ ਉੱਪਰ ਇਹ ਸ਼ਬਦ ਅੰਕਿਤ ਹੈ। ਉਪਜੈ ਨਿਪਜੈ ਨਿਪਜ ਸਮਾਈ, ਨੈਣੈ ਦੇਖਤ ਇਹੋ ਜਗ ਜਾਈ। ਮਹਾਰਾਜ ਜੀ ਫਰਮਾਨ ਕਰਦੇ ਨੇ, ਇਸ ਜੱਗ ਦੇ ਵਿੱਚ ਜੰਮਦੇ ਦੇਖੇ ਗਏ, ਪਲਦੇ ਦੇਖੇ ਗਏ ਤੇ ਜਾਂਦੇ ਵੀ ਦੇਖੇ ਗਏ। ਇਸ ਸੰਸਾਰ ਦੇ ਵਿੱਚ ਅਸੀਂ ਸਾਰਿਆਂ ਨੇ ਬੱਚੇ ਨੂੰ ਜੰਮਦਾ ਵੀ ਦੇਖਿਆ। ਉਪਜੈ, ਉਪਜੇ ਮਤਲਬ ਉੱਗਣਾ, ਮਤਲਬ ਪੈਦਾ ਹੋਣਾ ਕਿਸੇ ਵੀ ਚੀਜ਼ ਦਾ, ਚਾਹੇ ਕੋਈ ਬਾਹਰਲਾ ਫਸਲ ਦਾ ਬੀਜ ਹੈ, ਚਾਹੇ ਕੋਈ ਸਰੀਰ ਹੈ। ਭਗਤ ਕਬੀਰ ਜੀ ਕਹਿੰਦੇ ਨੇ ਉਪਜੈ ਮਤਲਬ ਪੈਦਾ ਹੋਇਆ ਇਹ ਮਨੁੱਖ ਆਪਣੇ ਮਾਂ ਦੇ ਪੇਟ ਦੇ ਅੰਦਰੋਂ। ਉਪਜੈ ਨਿਪਜੈ, ਇਹਦਾ ਮੁੱਢ ਵਜਿਆ, ਸ਼ੁਰੂਆਤ ਹੋਈ। ਮਤਲਬ ਨਿਪਜੈ, ਨਿਪਜੇ ਦਾ ਮਤਲਬ ਕਿਸੇ ਸਰੀਰ, ਕਿਸੇ ਵੀ ਚੀਜ਼ ਦਾ ਰੂਪ ਬਣਨਾ। ਜਿਵੇਂ ਕੋਈ ਬੀਜ ਹੁੰਦਾ ਛੋਟਾ ਜਿਹਾ, ਵੱਡਾ ਦਰਖਤ ਬਣਨ ਨੂੰ ਹੌਲੀ ਹੌਲੀ ਸਮਾਂ ਲੱਗਦਾ ਹੈ। ਜਦੋਂ ਪੇੜ, ਰੁੱਖ ਜਾਂ ਦਰਖਤ ਬਣ ਜਾਂਦਾ ਫਿਰ ਉਹ ਬਹੁਤ ਸੋਹਣਾ ਲੱਗਦਾ, ਉਹਨੂੰ ਫਲ ਲੱਗਦੇ ਨੇ। ਜਦੋਂ ਉਹ ਪੇੜ ਪੌਦੇ ਦੇ ਰੂਪ ਦੇ ਵਿੱਚ ਛੋਟਾ ਹੁੰਦਾ, ਪਤਾ ਨਹੀਂ ਲੱਗਦਾ ਵੀ ਇਹ ਵੱਡਾ ਹੋ ਕੇ ਫਲ ਦੇਵੇਗਾ ਜਾਂ ਨਹੀਂ। ਮਤਲਬ ਉਹ ਨਿਪਜਦਾ, ਨਿਪਜਦਾ ਮਤਲਬ ਪਲਦਾ, ਵੱਡਾ ਹੁੰਦਾ। ਇੰਨੀ ਲੋਈ ਨਹੀਂ ਦੇਖਦਿਆਂ ਕੀਤੀ ਚੱਲ ਗਈ ਫਰੀਦਾ, ਲੋਕਾਂ ਆਪੋ ਆਪਣੀ ਮੈਂ ਆਪਣੀ ਪਈ। ਭਗਤ ਜੀ ਕਹਿੰਦੇ ਨੇ ਇਹਨਾਂ ਅੱਖੀਆਂ ਦੇ ਨਾਲ ਦੇਖਦਿਆਂ ਦੇਖਦਿਆਂ ਬੜੀ ਦੁਨੀਆ ਚਲੀ ਗਈ। ਸਭ ਲੋਕੀ ਆਪਣੀ ਆਪਣੀ ਨੂੰ ਪਏ ਨੇ ਤੇ ਮੈਂ ਆਪਣੀ ਨੂੰ ਪਿਆ। ਉਹਨਾਂ ਦੀ ਆਪਣੀ ਕਿਹੜੀ ਹੈ? ਉਹਨਾਂ ਦੀ ਆਪਣੀ ਫਰੀਦਾ ਅੱਲਾਹ ਕੀ ਕਰ ਬੰਦਗੀ। ਮੇਰੀ ਆਪਣੀ ਦਾ ਮਤਲਬ ਭਗਤਾਂ ਦੀ ਆਪਣੀ ਹੁੰਦੀ ਹੈ, ਨਾਮ ਭਜਨ ਸਿਮਰਨ ਪਰਉਪਕਾਰ ਪੁੰਨ ਦਾਨ ਦਇਆ ਧਰਮ। ਸੋ ਉਪਜੈ ਨਿਪਜੈ ਨਿਪਜ ਸਮਾਈ। ਇਸ ਜੱਗ ਦੇ ਵਿੱਚ ਆਉਂਦਿਆਂ ਨੂੰ ਦੇਖਿਆ, ਪਲਦਿਆਂ ਨੂੰ ਦੇਖਿਆ ਤੇ ਵਿਦਾ ਕਰਦਿਆਂ ਨੂੰ ਦੇਖਿਆ। ਮਤਲਬ ਜੰਮਦਿਆਂ ਨੂੰ ਦੇਖਿਆ, ਵੱਡੇ ਹੁੰਦਿਆਂ ਨੂੰ ਦੇਖਿਆ, ਮਰਦਿਆਂ ਨੂੰ ਦੇਖਿਆ, ਮਤਲਬ ਜਾਂਦਿਆਂ ਨੂੰ ਦੇਖਿਆ। ਹਰ ਇੱਕ ਨੇ, ਹਰ ਇੱਕ ਨੇ ਦੇਖਿਆ ਤੇ ਹਰ ਇੱਕ ਨੂੰ ਦੇਖਿਆ ਵੀ ਜਾਣਾ। ਅਸੀਂ ਕਿਸੇ ਨੂੰ ਦੇਖਿਆ ਜੰਮਦੇ, ਪਲਦੇ ਔਰ ਜਾਂਦੇ, ਤੇ ਕੋਈ ਦਿਨ ਆਉਣਾ ਸਾਡੇ ਲਈ ਵੀ ਇਹ ਗੱਲ ਆਖੀ ਜਾਣੀ, ਕਿਸੇ ਨੇ ਸਾਨੂੰ ਵੀ ਜੰਮਦੇ ਨੂੰ ਦੇਖਿਆ, ਹੱਥਾਂ ਵਿੱਚ ਕਢਾਇਆ, ਪਲਦਿਆਂ ਨੂੰ ਦੇਖਿਆ। ਜਿਵੇਂ ਅਸੀਂ ਕਹਿ ਦਿੰਦੇ ਹਾਂ ਕਿਸੇ ਨੂੰ, ਤੂੰ ਤੇ ਸਾਡੇ ਹੱਥਾਂ ਦਾ ਜੰਮ ਹੈ, ਸਾਡੇ ਹੱਥਾਂ ਵਿੱਚ ਜੰਮਿਆ ਪਲਿਆ। ਮਤਲਬ ਵੀ ਉਸ ਨੂੰ ਚੰਗੀ ਤਰ੍ਹਾਂ ਜਾਣਦਾ ਹੁੰਦਾ ਬੰਦਾ, ਜੰਮਦੇ ਤੋਂ ਲੈ ਕੇ ਸਾਰਾ ਉਹਦਾ ਬਾਲਪਨ, ਜਵਾਨੀ। ਫਿਰ ਅਸੀਂ ਉਹਨੂੰ ਕਹਿੰਦੇ ਹਰ ਵਕਤ ਕੋਈ ਹੱਥਾਂ ਦੇ ਵਿੱਚ ਨਹੀਂ ਪਿਆ ਰਹਿੰਦਾ। ਹੱਥਾਂ 'ਚ ਪਲੇ ਦਾ ਮਤਲਬ ਹੁੰਦਾ ਵੀ ਅਸੀਂ ਤੈਨੂੰ ਨਜ਼ਦੀਕ ਤੋਂ ਦੇਖਦੇ ਰਹੇ ਹਾਂ, ਜਾਂ ਤੈਨੂੰ ਪਲਦੇ ਨੂੰ ਜਾਂ ਪਾਲਿਆ ਵੀ ਹੈ, ਇੰਝ ਵੀ ਕਹਿ ਸਕਦੇ। ਸੋ ਇੱਕ ਦਿਨ ਤੇ ਅਸੀਂ ਇਹ ਚੀਜ਼ਾਂ ਦੇਖੀਆਂ ਹਨ, ਕਿਸੇ ਦਿਨ ਸਾਨੂੰ ਵੀ ਦੇਖਣਾ, ਮਤਲਬ ਜਾਂਦਿਆਂ। ਅੱਜ ਤੇ ਅਸੀਂ ਕਿਸੇ ਦੀ ਅਰਥੀ ਨੂੰ, ਜਨਾਜ਼ੇ ਨੂੰ ਦੇਖ ਰਹੇ ਹਾਂ ਵੀ ਉਹ ਭਾਈ ਭੈਣ ਚੱਲਿਆ, ਬੜਾ ਦੁੱਖ ਹੋਇਆ ਉਹਦੇ ਜਾਣ ਦਾ। ਭਗਤ ਕਬੀਰ ਜੀ ਦੀ ਪੰਕਤੀ ਹੈ, ਉਪਜੈ ਨਿਪਜੈ ਨਿਪਜ ਸਮਾਈ।
एक दिन आना सबना लिखिया वड़ी कलाम, सबना सबनी सौरे वंजना, सब मुकलावन हाल, सबना दी मुड़दी गड्डी। मालवे च साडे मुकलावा कहंदे, दुआबे विच मुकलावा हुंदा बाणी च लिखिया। मालवे च कहंदे ने मुड़दी गड्डी मुकलावा, सबना मरना आया विछोड़ा सबना, पुछो जाए सियाणिया अगे मिलन किना, सबनी सौरे वंजना सब मुकलावन हार, सारियां दा मुकलावा। मुकलावा ਉਹ ਜਿਹੜੀ ਚੀਜ਼ ਚੱਲਦੀ ਪਈ ਹੈ ਨਾ ਸੰਸਾਰ ਦੇ ਵਿੱਚ, ਉਹ ਮੁੱਕਣੀ ਹੈ। ਵਿਆਹ ਇੱਕ ਦਿਨ ਮੁੱਕਣਾ ਹੈ, ਫੇਰਾ ਇੱਕ ਦਿਨ ਪੈ ਜਾਣਾ, ਫੇਰੇ ਪੂਰੇ ਪਾ ਕੇ ਸਭ ਕੁਝ ਮੁੱਕ ਜਾਣਾ। ਫਿਰ ਚਲੋ ਜੀ ਆਪਣੀ ਗ੍ਰਸਤ ਦੀ ਉਹ ਜਿਹੜੀ ਲੀਹ ਹੈ ਉਹਦੇ 'ਤੇ ਚੱਲੋ। ਸੋ ਭਗਤ ਜੀ ਵੀ ਬਾਣੀ ਵਿੱਚ ਕਹਿੰਦੇ ਨੇ, ਬਾਣੀ 'ਚ ਗੁਰੂ ਸਾਹਿਬ ਵੀ ਕਹਿੰਦੇ ਨੇ ਔਰ ਭੱਟ ਵੀ ਕਹਿੰਦੇ ਨੇ, ਬੜਾ ਕੁਛ ਬਾਣੀ ਦੇ ਵਿੱਚ ਵੀ ਸਭ ਮੁਕਲਾਵਨ ਹਾਰ, ਸਭਨੀ ਸੌਰੇ ਵੰਝਣਾ। ਵੀ ਦੇਖਦਿਆਂ ਦੇਖਦਿਆਂ ਦੁਨੀਆ ਚਲੀ ਜਾ ਰਹੀ ਹੈ ਔਰ ਪਹਿਲੇ ਲੱਗੇ ਪੱਤੇ ਝੜ ਰਹੇ ਨੇ ਤੇ ਮੁੜ ਕੇ ਪੱਤੇ ਆ ਰਹੇ ਨੇ। ਆ ਹੁਣ ਜਿਹੜੇ ਪੱਤੇ ਦਰਖਤਾਂ ਨੂੰ ਲੱਗੇ ਨੇ, ਇਹਨਾਂ ਨੇ ਜਾ ਕੇ ਸੋ ਅੱਗੇ ਜਾ ਕੇ ਇਹਨਾਂ ਨੇ ਝੜ ਜਾਣਾ, ਪੱਤ ਝੜ ਦੇ ਵਿੱਚ ਝੜ ਜਾਣਾ। ਫਿਰ ਬਸੰਤ ਜਾ ਕੇ ਉਹ ਮਾਰਚ ਅਪ੍ਰੈਲ ਦੇ ਵਿੱਚ ਫਿਰ ਇਹਨਾਂ ਨੇ ਹੌਲੀ ਹੌਲੀ ਪੱਤਿਆਂ ਨੇ ਤਣਿਆਂ ਦੇ ਨਾਲ ਲੱਗਣਾ ਸ਼ੁਰੂ ਹੋਣਾ ਵੀ ਮੁੜ ਨਵੇਂ ਪੱਤਿਆਂ ਦੀ ਵਾਰੀ ਆ ਗਈ। ਸੋ ਭਗਤ ਜੀ ਦੀਆਂ ਪੰਕਤੀਆਂ ਬੜੀਆਂ ਗਿਆਨ ਭਰਪੂਰ ਹੈ। ਅੱਜ ਸਾਨੂੰ ਇਸ ਸ਼ਬਦ ਦੇ ਵਿੱਚ ਸਰੀਰ ਦੀ ਨਾਸ਼ਵਾਨਤਾ ਬਾਰੇ ਦੱਸਿਆ। ਕਹਿੰਦੇ ਨੈਣਾ ਹੈ ਦੇਖਤ ਇਹੋ ਜਗ ਜਾਈ। ਨੈਣਾ ਮਤਲਬ ਅੱਖੀਆਂ, ਅੱਖੀਂ ਵੇਖਦਿਆਂ, ਅੱਖੀਂ ਵੇਖਦਿਆਂ ਸਾਰਾ ਸੰਸਾਰ ਤੁਰ ਗਿਆ। ਕਿੰਨੇ ਜਾਣੇ ਤੁਰ ਗਏ ਅਸੀਂ ਗਿਣਤੀ ਨਹੀਂ ਕਰ ਸਕਦੇ। ਕਿੰਨਿਆਂ ਨੂੰ ਤੋਰਿਆ ਸਾਨੂੰ ਯਾਦ ਹੀ ਨਹੀਂ। ਕਿੰਨਿਆਂ ਦੇ ਨਾਲ ਤੁਰ ਕੇ ਗਏ ਤੇ ਵਾਪਸ ਡੱਕੇ ਤੋੜ ਕੇ ਘਰ ਨੂੰ ਆ ਗਏ, ਪਤਾ ਹੀ ਨਹੀਂ ਕਿੰਨਿਆਂ ਦੇ ਨਾਲ। ਨੈਣਾ ਹੈ ਦੇਖਤ ਇਹੋ ਜਗ ਜਾਈ, ਅੱਖੀਆਂ ਦੇ ਨਾਲ ਲੋਕਾਂ ਨੂੰ ਜਾਂਦਿਆਂ ਨੂੰ ਵੇਖਿਆ। ਸੋ ਜੇ ਇਹ ਸਭ ਕੁਝ ਵੇਖ ਲਿਆ ਤੇ ਭਗਤ ਜੀ ਅਗਲੀ ਪੰਕਤੀ ਵਿੱਚ ਬਹੁਤ ਵੱਡੀ ਚੋਟ ਮਾਰ ਲੱਗੇ ਨੇ। ਹੁਣ ਕਹਿੰਦੇ ਸਾਰਾ ਕੁਝ ਜਾਂਦਿਆਂ ਨੂੰ ਵੇਖ ਲਿਆ, ਅਮੀਰਾਂ ਨੂੰ ਦੇਖ ਲਿਆ ਜਾਂਦਿਆਂ ਨੂੰ, ਗਰੀਬਾਂ ਨੂੰ ਦੇਖ ਲਿਆ, ਰਾਜਿਆਂ ਨੂੰ ਦੇਖ ਲਿਆ, ਭਿਖਾਰੀਆਂ ਨੂੰ ਦੇਖ ਲਿਆ ਜਾਂਦਿਆਂ ਨੂੰ, ਤੇ ਤੈਨੂੰ ਉਹਨਾਂ ਤੋਂ ਕੋਈ ਸਿੱਖਿਆ ਨਹੀਂ ਮਿਲੀ। ਭਗਤ ਕਬੀਰ ਜੀ ਕਹਿੰਦੇ ਤੈਨੂੰ ਕੋਈ ਡਰ ਭਾਉ ਨਹੀਂ ਲੱਗਿਆ ਵੀ ਤੂੰ ਹੀ ਜਾਣਾ ਹੈ, ਵੀ ਤੂੰ ਹੁਣ ਕੁਝ ਸੋਚ ਸਮਝ ਕੇ ਕਰੀ। ਤੈਨੂੰ ਨਹੀਂ ਸੋਝੀ ਆਈ। ਪੰਕਤੀ ਕੀ ਆ ਰਹੀ ਹੈ? ਲਾਜ ਨਾ ਮਰੋ। ਇੱਥੇ ਲੱਗਦਾ ਵਿਸ਼ਰਾਮ। ਲਾਜ ਨਾ ਮਰੋ, ਇੱਥੇ ਪਤਾ ਕੀ ਲਿਖਿਆ? ਸ਼ਰਮ ਨਾਲ ਮਰਦਾ ਨਹੀਂ ਤੂੰ, ਇਹ ਲਿਖਿਆ। ਇਹਦਾ ਅਰਥ ਲਾਜ ਨਾ ਮਰੋ, ਕਹੋ ਘਰ ਮੇਰਾ। ਭਗਤ ਕਬੀਰ ਜੀ ਕਹਿੰਦੇ ਨੇ ਜਿਹੜੇ ਜਗ ਤੇ ਆ ਕੇ ਕਹਿੰਦੇ ਨੇ ਆ ਮੇਰਾ, ਆ ਮੇਰਾ, ਆ ਮੇਰਾ, ਆ ਮੇਰਾ, ਉਹਨਾਂ ਨੂੰ ਕਹਿੰਦੇ ਨੇ ਲਾਜ ਨਾ ਮਰੋ। ਲਾਜ ਦਾ ਮਤਲਬ ਹੁੰਦੀ ਹੈ ਸ਼ਰਮ ਸੰਗ। ਭਗਤ ਕਬੀਰ ਜੀ ਫਰਮਾਨ ਕਰਦੇ ਨੇ ਤੈਨੂੰ ਸੰਗ ਸ਼ਰਮ ਨਹੀਂ ਆਉਂਦੀ। ਸਾਫ਼ ਸਾਫ਼ ਲਿਖਿਆ। ਜਿਹੜਾ ਕਹਿੰਦਾ ਇਹ ਸਭ ਕੁਛ ਮੇਰਾ। ਫਿਰ ਭਗਤ ਜੀ ਆਪਣੀ ਇੱਕ ਹੋਰ ਪੰਕਤੀ ਵਿੱਚ ਫਰਮਾਨ ਕਰਦੇ ਨੇ ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੇ ਮੇਰਾ। ਸੋ ਭਗਤ ਜੀ ਨੇ ਉਹਨਾਂ ਲੋਕਾਂ ਨੂੰ ਚੋਟ ਮਾਰੀ ਜਿਹੜੇ ਹਰ ਵੇਲੇ ਕਹਿੰਦੇ ਆ ਮੇਰਾ, ਆ ਮੇਰਾ, ਆ ਮੇਰਾ। ਅਸੀਂ ਕਹਿ ਦਿੰਦੇ ਹਾਂ ਵੀ ਮੇਰਾ ਮੇਰਾ ਨਹੀਂ ਕਹਿਣਾ, ਪਰ ਕਿੱਥੇ ਛੱਡਿਆ ਜਾਂਦਾ, ਕਹਿ ਹੀ ਦਈਦਾ ਆ ਮੇਰਾ ਘਰ, ਇਹਨੂੰ ਮੈਂ ਬਣਾਇਆ, ਇੰਨੇ ਸੰਨ ਵਿੱਚ ਬਣਾਇਆ। ਆ ਮੇਰੀ ਜਗ੍ਹਾ, ਇੰਨੇ ਰੁਪਈਏ ਮਰਲੇ ਮੈਂ ਇਸ ਤਰ੍ਹਾਂ ਖਰੀਦੀ।
पर बाणी कहती आई जिहड़ा आही फाही तेरे गलों लाउणी है। इसे करके संसार दे विच तू बहुत ज़्यादा ग्रस्त होया होया, क्योंकि सब कुछ मेरा मेरा लगदा, तेरा तेरा नहीं। बाणी विच लिखिया मेरी मेरी करते जन्म गयो। बड़ियां पंक्तियां ने बाणी विच जिहड़ियां सानूं समझाउंदियां ने। मेरी मेरी करते जन्म गयो, सायर शोक भुजंग बलियो। बाहां शरीरक बल जिहड़े ने वो जिहड़े घट गए, कमज़ोर हो गए। हथ पैर जिहड़े ने पूरे ताकत दे नाल चलनों बंद हो गए। ये सारा जिहड़ी ताकत सोखी गई, मतलब मुक गई। और मेरी मेरी करदियां नूं, मेरी मेरी करदियां नूं मौत आ गई लैन, ते सारा जन्म मेरी मेरी विच निकल गया। साध संगत जी, चलो एक न्याणा निक्का जिहा न्याणा है, उन्होंने नहीं पता, उन्हें तो कहना ही है मेरा खिडौना मेरा खिडौना मेरा खिडौना। चलो एक जवान है, उन्होंने भी एक नशा है जवानी का, ਉਹਦੇ भी हाव भाव काबू विच नहीं रहिंदे। ਉਹ भी कई बार उछल पैंदा जवान मुंडा जां धी, अगे भी बोल पैंदे ने, बाहां भी टुंग लैंदे ने लड़न वास्ते। चलो उन्हां दी ते जवानी सी ते एक बालपन सी, उन्हें पता नहीं सी, तां उन्होंने मेरी मेरी कीती। पर बाणी विच सारियां नूं छड्डिया किसी नूं नहीं। बाणी ने जो जाने मैं जोवन बंत, सो होवत बिष्टा का जंत। बाणी विच लिखिया भी जिहड़ा अपनी जवानी दा हंकार करदा, बिष्टा दे कीड़े वांग है। जवानी दा हंकार नहीं करीदा, जवानी नूं लेखे विच लाईदा सेवा विच देश कौम दे लई। जिहड़े साडे वीर 18-19 साल की उम्र दे विच फौज विच भर्ती हुंदे ने, देश की सेवा करते हैं, उन्होंने जवानी देश के लेखे लगती है। जिहड़े जवान किसी भी फील्ड में जाके भर्ती हो के नौकरी करते हैं, या जिहड़े साडे नौजवान वीर खेतों में काम करते हैं, 10-9 की किरत करते हैं, या जिहड़े वीर साडे दिहाड़ी करते हैं, मजदूरी करते हैं, सारे सत्कारयोग ने। ये गल उन्हां दे लई नहीं है जिहड़े विलड़ खाई जाना, सब कुछ करना कख नहीं, उन्होंने कहा। तो जिन्हों ने झगड़े करनिया, लड़ाइयाँ करनिया, जो जाने मैं जोबन बंत। हा एक होर पंक्ति पढ़ी है, भगत जी कहते मेरा जोबन जावे ढठे खूह च। बाणी विच लिखिया सुनो, जो भी मैं तुहाडे नाल वचन करदा हूं ना, लगदे किदां इदां ने कई बार भी ये जिहड़ियां गल्लां ठा ठा वजदियां ने, पर बाणी राही वजदियां ने। सुनियो पंक्ति अगे, भगत जी कहते जोबन जांदे ना डरां। मैनू नहीं डर डुर, मेरी जवानी लंघदी ते लंघ जाए, जोबन जांदे ना डरां। जे सह प्रीत ना जाए, मेरे साहिब दी प्रीत जिहड़ी है ना, ये ना जाए। फरीदा कित्ती जोबन प्रीत बिन सुक गए कुमलाए। पता नहीं किन्ने क जोबन मेरे ते आए, जदों असी जन्म लए ना, पता नहीं किन्ने क जन्म लए ने, किन्नी क वारी जवान होए हैं, किन्नी क वारी बुढ़े होए हैं। बड़े जन्म प्रीत तो बिना बीत गए। भगत जी कहते फरीदा कित्ती जोबन प्रीत बिन सुक गए कुमलाए, कुमला गए, सुक गए। सो इसलिए भगत जी कहते ने लाज ना मरो कहो घर मेरा। मैं पहला बेनती की थी, न्याणे नूं नहीं पता वो मेरी मेरी करदा है, ठीक है जी। जवानी वाले नूं जवानी दे नशे विच पता नहीं लगता, वो भी मेरी मेरी कर बैंदा है। एक जिहड़ा बुढ़ेपे दे विच आ चुका है, उन्हों बालपन का भी ज्ञान है ते उन्हों सारी जवानी का भी ज्ञान है। ध्यान देना, उन्होंने बालपन का भी ज्ञान है तो जवानी में जो बीतिया ओदा भी ज्ञान है। तो फिर वो जिहड़ा वो गलती क्यों कर रहे हैं, ध्यान देना,
ਉਹ ਗਲਤੀ ਕਿਉਂ ਕਰ ਰਿਹਾ, ਉਹ ਮੇਰੀ ਮੇਰੀ ਕਿਉਂ ਕਹਿ ਰਿਹਾ, ਉਹ ਮੇਰੀ ਮੇਰੀ ਕਿਉਂ ਕਹਿ ਰਿਹਾ। ਸਾਡੇ ਜੀਵਨ ਦੇ ਵਿੱਚ ਦੁੱਖ ਕਲੇਸ਼ ਜਿਹੜੇ ਨੇ ਉਹਨਾਂ ਦਾ ਕਾਰਨ ਪਤਾ ਕੀ ਹੈ? ਮੇਰੀ ਮੇਰੀ। ਬਾਪ ਵੀ ਕਹਿੰਦਾ ਮੇਰੀ ਮੇਰੀ, ਪੁੱਤਰ ਵੀ ਕਹਿੰਦਾ ਮੇਰੀ ਮੇਰੀ, ਭਰਾ ਵੀ ਕਹਿੰਦਾ ਮੇਰੀ ਮੇਰੀ, ਸ਼ਰੀਕ ਵੀ ਕਹਿੰਦਾ ਮੇਰੀ ਮੇਰੀ, ਭੈਣ ਵੀ ਕਹਿੰਦੀ ਮੇਰੀ ਮੇਰੀ, ਤੇ ਛੋਟੇ ਵੱਡੇ ਸਭ ਕਹਿੰਦੇ ਮੇਰੀ ਮੇਰੀ, ਕੋਈ ਪਿੱਛੇ ਨਹੀਂ ਹੈ। ਬਾਣੀ ਵਿੱਚ ਲਿਖਿਆ, ਸੁਣੋ ਪੰਕਤੀ, ਸਭ ਕੋ ਪੂਰਾ ਆਪੇ ਹੋਵੇ, ਘੱਟ ਨਾ ਕੋਈ ਆਖੈ। ਕੋਈ ਘੱਟ ਨਹੀਂ ਸਮਝਦਾ ਆਪਣੇ ਆਪ ਨੂੰ। ਜਦੋਂ ਇਹ ਸਾਰੇ ਚੌਧਰੀ ਬਣੇ ਨੇ ਤੇ ਫਿਰ ਕਲੇਸ਼ ਤੇ ਘਰੇ ਪੈਣਾ ਹੀ ਪੈਣਾ। ਇੱਕੋ ਹੀ ਜਿਹੜਾ ਡਾਇਰੈਕਸ਼ਨ ਦੇਣ ਵਾਲਾ ਫਿਲਮ ਬਣਾਉਂਦਾ ਨਾ ਡਾਇਰੈਕਟਰ, ਜੇ ਸਾਰੇ ਹੀਰੋ ਵੀ ਕਹਿਣ ਮੈਂ ਡਾਇਰੈਕਟਰ ਹਾਂ, ਫਿਲਮ ਨਹੀਂ ਬਣਦੀ। ਇੱਕ ਪ੍ਰੋਡਿਊਸਰ ਹੁੰਦਾ, ਡਾਇਰੈਕਟਰ ਹੁੰਦਾ, ਪਿਕਚਰ ਬਣਦੀ ਹੈ ਨਾ। ਜੇ ਸਾਰੇ ਕਹਿਣ ਵੀ ਅਸੀਂ ਨਿਰਦੇਸ਼ਕ ਬਣ ਜਾਈਏ, ਹੀਰੋ ਵੀ ਕਹੇ ਮੈਂ ਡਾਇਰੈਕਟਰ ਬਣ ਜਾਣਾ, ਡਾਇਰੈਕਟਰ ਇੱਕੋ ਹੀ, ਉਹਨੇ ਨਿਰਦੇਸ਼ ਦੇਣਾ, ਡਾਇਰੈਕਸ਼ਨ ਦੇਣੀ ਹੈ। ਤੇ ਘਰ ਦੇ ਵਿੱਚ ਰਹਿਣ ਵਾਲੇ 4 ਜਾਂ 6 ਜੀ ਸਾਰੇ ਕਹਿਣ ਵੀ ਮੇਰੀ ਡਾਇਰੈਕਸ਼ਨ। ਪੰਕਤੀ ਚੱਲ ਰਹੀ ਹੈ, ਲਾਜ ਨਾ ਮਰੋ ਕਹੋ ਘਰ ਮੇਰਾ। ਸਾਰੇ ਕਹਿਣ ਵੀ ਮੇਰੇ ਮੁਤਾਬਕ ਚੱਲਣ ਤੇ ਭਾਈ ਕਲੇਸ਼ ਪੈਣਾ। ਸਮਾਂ ਹੁੰਦਾ, ਦੇਖੋ ਅਸੀਂ ਆਪਣੇ ਸਮੇਂ ਵਿੱਚ ਜਾ ਰਹੇ ਹਾਂ। ਹਰ ਇੱਕ ਦਾ ਸਮਾਂ ਆਉਂਦਾ। ਹਰ ਬੰਦਾ ਚਾਹੁੰਦਾ ਜਦੋਂ ਕਿਸੇ ਦੀ ਵਿਆਹ ਸ਼ਾਦੀ ਹੁੰਦੀ ਹੈ, ਮੈਚਿਓਰ ਹੋ ਜਾਂਦਾ ਕੋਈ 30-40 ਸਾਲ ਦਾ, ਫਿਰ ਉਹ ਚਾਹੁੰਦਾ ਵੀ ਹੁਣ ਥੋੜ੍ਹਾ ਜਿਹਾ ਮੈਂ ਜ਼ਿੰਮੇਵਾਰੀ ਨੂੰ ਸਮਝਾਂ ਤੇ ਘਰ ਵਿੱਚ ਮੇਰੀ ਥੋੜ੍ਹੀ ਬਹੁਤੀ ਗੱਲਬਾਤ ਚੱਲੇ, ਮੇਰਾ ਕਹਿਆ ਮੰਨੇ। ਤੇ ਜਿਹੜਾ ਘਰ ਦੇ ਵਿੱਚ ਬਜ਼ੁਰਗ ਹੁੰਦਾ ਉਹ ਆਪਣੀ ਭੁੱਲ ਜਾਂਦਾ ਵੀ ਜਦੋਂ ਮੈਂ 35-40 ਸਾਲ ਦਾ ਸੀ ਮੈਂ ਵੀ ਇਹ ਚੀਜ਼ ਚਾਹੁੰਦਾ ਸੀ। ਉਹ ਆਪਣੇ ਧੀ ਪੁੱਤਰ ਨੂੰ ਕਹਿੰਦਾ ਤੁਸੀਂ ਨਹੀਂ ਮੇਰੇ ਮੁਤਾਬਕ ਚੱਲਣਾ। ਪੁੱਤਰ ਕਹਿੰਦਾ ਮੈਂ ਆਪਣੇ ਮੁਤਾਬਕ ਚੱਲਣਾ। ਜਦੋਂ ਪਿਓ ਪੁੱਤਰ ਦੀ ਉਮਰ ਦਾ ਹੁੰਦਾ, ਧਿਆਨ ਦੇਣਾ ਕਲੇਸ਼ ਕਿੱਥੋਂ ਪੈਂਦਾ, ਸਿਆਣਪ ਕੀ ਹੈ। ਜਿਹੜਾ ਬਾਪ ਪੁੱਤਰ ਦੀ ਉਮਰ ਦਾ ਜਦੋਂ ਹੁੰਦਾ, ਵਿਆਹ ਸ਼ਾਦੀ ਹੁੰਦੀ, ਉਹਦੇ ਬੱਚੇ ਹੁੰਦੇ 40-50 ਸਾਲ ਦਾ, ਉਦੋਂ ਉਹ ਚਾਹੁੰਦਾ ਵੀ ਮੈਂ ਹੁਣ ਮੇਰੇ ਮੁਤਾਬਕ ਸਾਰੇ ਘਰ ਦਾ ਸਿਸਟਮ ਚੱਲੇ। ਤੇ ਜਦੋਂ ਉਹ ਬੁਢੇਪੇ ਵਿੱਚ ਆਉਂਦਾ, ਉਹ ਚਾਹੁੰਦਾ ਮੇਰਾ ਹੀ ਚੱਲੇ, ਤੇ ਫਿਰ ਮੁਸ਼ਕਲ ਹੁੰਦੀ ਹੈ। ਸਿਆਣੇ ਲੋਕ ਜਿਹੜੇ ਨੇ ਉਹ ਜ਼ਿੰਮੇਵਾਰ ਧੀ ਪੁੱਤ ਨੂੰ ਦਿੰਦੇ ਨੇ, ਸਿਆਣੀ ਨੂੰਹ ਨੂੰ ਦਿੰਦੇ ਨੇ, ਸਿਆਣੀ ਧੀ ਨੂੰ ਦਿੰਦੇ ਨੇ, ਸਿਆਣੇ ਮਿੱਤਰ ਨੂੰ ਵੀ ਕਈ ਦੇ ਦਿੰਦੇ ਨੇ। ਧਿਆਨ ਦੇਣਾ, ਹਰ ਇੱਕ ਚੀਜ਼ ਦਾ ਸਮਾਂ ਹੁੰਦਾ। ਜੇ ਹੁਣ ਕੋਈ ਹਰ ਬੰਦਾ ਕਹੇ ਮੈਂ ਮਰਤੇ ਦਮ ਤੱਕ ਮੱਲ ਮਾਰ ਕੇ ਬੈਠਾ ਰਹਿਣਾ, ਉਹ ਸਰਪ ਹੈ, ਸਰਪ। ਬਾਣੀ ਵਿੱਚ ਲਿਖਿਆ ਜਿਉਂਦੇ ਜੀ ਜਿਹੜਾ ਆਪਣੇ ਫਰਜ਼ ਅਦਾ ਕਰ ਦਿੱਤੇ ਜਾਣੇ ਚਾਹੀਦੇ ਨੇ। ਲਾਜ ਨਾ ਮਰੋ ਕਹੋ ਘਰ ਮੇਰਾ। ਮਹਾਰਾਜ ਜੀ ਕਹਿੰਦੇ ਤੈਨੂੰ ਸ਼ਰਮ ਨਹੀਂ ਆਉਂਦੀ, ਸੰਗ ਨਹੀਂ ਆਉਂਦੀ, ਤੇ ਸ਼ਰਮ ਲਿਖਿਆ ਇਸ ਕਰਕੇ ਮੈਂ ਸ਼ਰਮ ਲਫ਼ਜ਼ ਵਰਤ ਰਿਹਾ। ਇੱਕ ਲਫ਼ਜ਼ ਨਾ ਉਹਦੀ ਤੁਸੀਂ ਭਾਈ ਕਾਹਨ ਸਿੰਘ ਨਾਭਾ ਦੀ ਪੜ੍ਹੋ, ਅੱਖਰ ਜਿਹੜੇ ਨੇ ਉਹਨਾਂ ਨੇ ਕੀਤੇ ਨੇ, ਉਹ ਇੱਕ ਅੱਖਰ ਦੇ 10-10 ਮਤਲਬ ਅੱਗੇ ਮਤਲਬ ਉਹਦੇ ਮਤਲਬ ਕੱਢੇ ਨੇ, ਉਹਦੇ ਅਰਥ ਨੇ ਇੱਕ ਸ਼ਬਦ ਦੇ ਕਈ। ਸੋ ਇੱਥੇ ਲਾਜ ਦਾ ਮਤਲਬ ਸ਼ਰਮ। ਕਹਿੰਦੇ ਤੈਨੂੰ ਸੰਗ ਆਉਣੀ ਚਾਹੀਦੀ ਹੈ, ਤੈਨੂੰ ਸ਼ਰਮ ਆਉਣੀ ਚਾਹੀਦੀ ਹੈ। ਜਦੋਂ ਤੂੰ ਕਹਿੰਦਾ ਆ ਮੇਰੀ ਆ ਮੇਰੀ ਆ ਮੇਰੀ, ਹੁਣ ਤੂੰ ਛੱਡ ਦੇ। ਮੈਂ ਪਹਿਲਾਂ ਬੇਨਤੀ ਕੀਤੀ, ਨਿਆਣੇ ਨੂੰ ਨਹੀਂ ਪਤਾ ਸੀ ਉਹਦਾ ਨਿਆਣਾਪਨ ਸੀ, ਜਵਾਨ ਨੂੰ ਨਹੀਂ ਪਤਾ ਸੀ ਜੋਬਨ ਦੇ ਨਸ਼ੇ ਵਿੱਚ ਹੀ ਉਹ ਮੇਰੀ ਮੇਰੀ ਕਰਦਾ ਸੀ। ਇੱਕ ਬੁੱਢੇ ਬੰਦੇ ਨੇ, ਅਸੀਂ ਸਾਰੇ ਬੁਢੇਪੇ ਦੀ ਲਾਈਨ ਦੇ ਵਿੱਚ ਆ, ਜਿਹੜਾ ਬੁੱਢਾ ਹੋ ਰਿਹਾ ਜਾਂ ਬੁੱਢਾ ਹੋ ਗਿਆ, ਉਹਨੇ ਤੇ ਆਪਣੀ ਜਵਾਨੀ ਵੀ ਦੇਖ ਲਈ, ਚੰਗੀ ਤਰ੍ਹਾਂ ਹੰਢਾ ਲਈ ਹੈ ਜੀ, ਉਸਨੇ ਤੇ ਆਪਣਾ ਬਾਲਪਨ ਵੀ ਸਾਰਾ ਦੇਖ ਲਿਆ ਹੈ, ਤੇ ਉਹ ਹੁਣ ਮੇਰੀ ਮੇਰੀ ਕਿਉਂ ਕਰਦਾ। ਮਹਾਰਾਜ ਜੀ ਦੀ ਬਾਣੀ ਵਿੱਚ ਆਖਿਆ ਤੂੰ ਆਪਣੇ ਫਰਜ਼ ਅਦਾ ਕਰ, ਧੀਆਂ ਪੁੱਤਰ ਚੰਗੀ ਜਗ੍ਹਾ ਵਿਆਹ, ਉਹਨਾਂ ਨੂੰ ਰੋਜੀ ਰੋਟੀ ਦੇ, ਜੋ ਤੇਰੇ ਫਰਜ਼ ਨੇ ਉਹਨਾਂ ਨੂੰ ਬਾਖੂਬੀ ਨਿਭਾ, ਤੇ ਆਰਾਮ ਦੇ ਨਾਲ ਧੀਆਂ ਪੁੱਤਰਾਂ ਦਾ ਫਰਜ਼ ਹੈ, ਤੁਹਾਡਾ ਮੇਰਾ ਸਾਰਿਆਂ ਦਾ, ਵੀ ਆਪਣੇ ਬਜ਼ੁਰਗਾਂ ਨੂੰ ਮੁੱਖ ਪਿਆਓ ਬੈਠਕੋ ਦੇਣ। ਉਹਨਾਂ ਨੂੰ ਬੈਠਿਆਂ ਨੂੰ ਪੁੱਛਿਆ ਜਾਏ ਵੀ ਕੱਪੜਾ ਤੇ ਨਹੀਂ ਚਾਹੀਦਾ, ਉਹਨਾਂ ਨੂੰ ਬੈਠਿਆਂ ਨੂੰ ਪੁੱਛਿਆ ਜਾਏ ਵੀ ਕੀ ਛਕਣਾ, ਇਹ ਵੀ ਪੁੱਛ ਲੈਣਾ ਚਾਹੀਦਾ। ਨੂੰਹਾਂ ਧੀਆਂ ਨੂੰ ਇਹ ਪੁੱਛ ਲੈਣਾ ਚਾਹੀਦਾ।
ਇਹ ਨਹੀਂ ਵੀ ਉਹਨਾਂ ਦੇ ਅੱਗੇ ਬਈਆਂ ਦਾਲਾਂ ਤੇ ਬਈਆਂ ਸਬਜ਼ੀਆਂ ਬਜ਼ੁਰਗਾਂ ਅੱਗੇ ਜਿਨ੍ਹਾਂ ਨੇ ਜ਼ਿੰਦਗੀ ਦੇ ਵਿੱਚ ਇੰਨੀ ਮਿਹਨਤ ਕਰਕੇ ਸੋ ਸਾਨੂੰ ਪਾਲਿਆ ਪੜ੍ਹਾਇਆ। ਇਹ ਸਾਰਿਆਂ ਵਾਸਤੇ, ਮੇਰੇ ਵਾਸਤੇ, ਤੁਹਾਡੇ ਵਾਸਤੇ, ਸਾਰੀਆਂ ਧੀਆਂ ਨੂੰਹਾਂ ਵਾਸਤੇ। ਬਜ਼ੁਰਗਾਂ ਨੇ ਧੀਆਂ ਪੁੱਤਰਾਂ ਤੇ ਨੂੰਹਾਂ ਨੂੰ ਸੰਭਾਲਣਾ, ਉਹਨਾਂ ਦੀ ਕਦਰ ਕਰਨੀ ਹੈ। ਤੇ ਧੀਆਂ ਪੁੱਤਰਾਂ ਨੂੰਹਾਂ ਨੇ ਬਜ਼ੁਰਗਾਂ ਨੂੰ, ਬਜ਼ੁਰਗਾਂ ਨੇ ਉਹਨਾਂ ਨੂੰ, ਬੱਚਿਆਂ ਨੂੰ, ਬੱਚਿਆਂ ਨੇ ਉਹਨਾਂ ਨੂੰ। ਤੇ ਤਾਂ ਹੀ ਇਹ ਇਸ ਨੂੰ ਕਹਿੰਦੇ ਨੇ ਇਤਫਾਕ, ਏਕਤਾ ਤੇ ਪਿਆਰ। ਤੇ ਉਹ ਘਰ ਬਣਦਾ ਸਵਰਗ। ਤੇ ਕਦੀ ਵੀ ਕਿਸੇ ਨੇ ਚਾਹੇ ਜੋਬਨ ਵਿੱਚ ਹੈ, ਕਿਉਂਕਿ ਜੋਬਨ ਵਿੱਚ ਸਮਝ ਤੇ ਸਾਰਿਆਂ ਨੂੰ ਲੱਗ ਜਾਂਦੀ ਹੈ, ਗੁਰੂ ਦੀ ਕਿਰਪਾ ਨਾਲ ਬਾਲਪਨ ਵਿੱਚ ਵੀ ਲੱਗ ਜਾਂਦੀ ਹੈ, ਐਸੀ ਗੱਲ ਨਹੀਂ। ਤੇ ਬੁਢੇਪੇ ਵਿੱਚ ਤੇ ਸਾਰਿਆਂ ਨੂੰ ਲੱਗੀ ਹੁੰਦੀ ਹੈ, ਬੜਾ ਤਜਰਬਾ ਹੁੰਦਾ। ਜੇ ਕੋਈ ਗੁਰਦੁਆਰਾ ਵੀ ਨਾ ਗਿਆ ਹੋਵੇ ਨਾ, ਧਾਰਮਿਕ ਕਿਸੇ ਨੇ ਦੁਨੀਆ ਵੀ ਨਾ ਦੇਖੀ ਹੋਵੇ, ਤਾਂ ਵੀ ਬੜਾ ਤਜਰਬਾ ਹੁੰਦਾ ਹੈ। ਇਸ ਕਰਕੇ ਉਹਨੂੰ ਬੜੇ ਤਰੀਕੇ ਦੇ ਨਾਲ ਆਪਣੇ ਘਰ ਦੇ ਵਿੱਚ ਰਹਿਣਾ ਚਾਹੀਦਾ। ਜ਼ਿੰਦਗੀ ਜਿਉਣ ਤੋਂ ਬਾਅਦ ਜਦੋਂ ਜਾਣਾ, ਕਲੰਕਿਤ ਹੋ ਕੇ ਨਹੀਂ ਜਾਣਾ ਚਾਹੀਦਾ। ਸਾਰੇ ਰਿਸ਼ਤੇਦਾਰ, ਸਾਰੇ ਪਰਿਵਾਰ ਦੇ ਜੀ ਉਹਨੂੰ ਯਾਦ ਕਰ ਕਰਕੇ ਰੋਣ ਜਦੋਂ ਕੋਈ ਜਾਵੇ। ਇਹ ਨਾ ਕਹੇ ਵੀ ਸ਼ੁਕਰ ਹੈ ਇਹ ਬੰਦਾ ਗਿਆ, ਉਹਨੂੰ ਯਾਦ ਕਰਕੇ ਲੋਕ ਉਹਨੂੰ ਮਿਸ ਕਰਨ। ਇੱਦਾਂ ਦੀ ਸ਼ਖਸੀਅਤ ਹਰ ਇੱਕ ਦੀ ਹੋਣੀ ਚਾਹੀਦੀ ਹੈ। ਇਸ ਕਰਕੇ ਭਗਤ ਜੀ ਕਹਿੰਦੇ ਨੇ ਵੀ ਮੇਰੀ ਮੇਰੀ ਛੱਡ ਦੇ, ਫਰਜ਼ਾਂ ਦੀ ਪਹਿਚਾਣ ਕਰ, ਫਰਜ਼ ਨਿਭਾ। ਸਾਰਿਆਂ ਨੂੰ ਨਿਭਾਉਣੇ ਚਾਹੀਦੇ ਨੇ ਵਧੀਆ ਤਰੀਕੇ ਦੇ ਨਾਲ। ਜਿਸ ਦਾ ਜੋ ਬਣਦਾ ਉਸ ਦਾ ਉਸ ਨੂੰ ਹੱਕ ਦੇ ਦੇਣਾ ਚਾਹੀਦਾ। ਹਾਂ ਚਲੋ ਵਿਚਾਰ ਚੱਲ ਗਿਆ, ਇਹਦੇ ਵਿੱਚ ਲਾ ਹੀ ਦਿੰਦੇ ਹਾਂ ਇਹ ਵੀ ਥੋੜ੍ਹੀ ਜਿਹੀ ਵਿਚਾਰ। ਸੋ ਸਾਡੇ ਭਲੇ ਵਾਸਤੇ ਹੀ ਹੈ। ਇੱਕ ਪਰਿਵਾਰ ਦੇ ਵਿੱਚ ਕਿਸੇ ਦੇ 2 ਪੁੱਤਰ ਨੇ, 2 ਧੀਆਂ ਨੇ। ਸੋ ਸਾਰਿਆਂ ਨੂੰ ਜੋ ਕੁਝ ਵੀ ਜਦੋਂ ਉਹ ਦੇਵੇ ਤੇ ਉਹ ਬਰਾਬਰ ਡਿਵਾਈਡ ਕਰਕੇ ਦੇਵੇ। ਜੇ ਘਰ ਨੂੰ ਮਹਾਭਾਰਤ ਦਾ ਮੈਦਾਨ ਨਹੀਂ ਬਣਾਉਣਾ, ਜੇ ਕਿਸੇ ਦੇ ਨਾਲ ਕੋਈ ਵਿਤਕਰਾ ਕਰਦਾ ਤੇ ਉਹ ਦੋਸ਼ੀ ਹੋਏ। ਧਿਆਨ ਦੇਣਾ, ਕਿਸੇ ਦੇ ਨਾਲ ਕੋਈ ਵਿਤਕਰਾ ਨਹੀਂ ਹੋਣਾ ਚਾਹੀਦਾ। ਜਿਸ ਦਾ ਹੱਕ ਜੋ ਹੋਵੇ ਉਸ ਨੂੰ ਮਿਲਣਾ ਚਾਹੀਦਾ, ਦੇਣਾ ਚਾਹੀਦਾ। ਜਿਵੇਂ ਪਹਿਲਾਂ ਬੇਨਤੀ ਕੀਤੀ, ਬਜ਼ੁਰਗਾਂ ਦਾ ਹੱਕ ਬੱਚਿਆਂ ਤੋਂ ਉਹਨਾਂ ਦੇ ਬੁਢੇਪੇ ਤੇ ਮੌਤ ਤੱਕ ਉਹਨਾਂ ਦੀ ਦੇਖਭਾਲ ਬਹੁਤ ਅੱਛੀ ਤਰ੍ਹਾਂ, ਇਹ ਵੀ ਫਰਜ਼ ਅਦਾ ਹੋਣੇ ਚਾਹੀਦੇ ਨੇ। ਤੇ ਤਾਂ ਜਾ ਕੇ ਸਾਡੇ ਘਰ ਦੇ ਵਿੱਚ ਲੱਖ ਖੁਸ਼ੀਆਂ ਪਾਤਸ਼ਾਹੀਆਂ ਵਾਲੀ ਗੱਲ ਤਾਂ ਢੁਕੇਗੀ ਜੇ ਸਤਿਗੁਰ ਨਦਰ ਕਰੇ। ਇਸ ਕਰਕੇ ਕਿਸੇ ਨੇ ਨਹੀਂ ਕਹਿਣਾ ਮੇਰਾ ਮੇਰਾ, ਮੇਰੀ ਜ਼ਮੀਨ, ਮੇਰੇ ਕਿੱਲੇ। ਜਿਸ ਦਿਨ ਆਏ ਸੀ ਉਸ ਦਿਨ ਸਾਡਾ ਨਾਮ ਵੀ ਨਹੀਂ ਸੀ, ਨਾਮ ਨਹੀਂ ਰੱਖਿਆ ਸੀ, ਬਾਅਦ ਵਿੱਚ ਹੀ ਰੱਖਿਆ। ਸੋ ਰਜਿਸਟਰਡ ਨਹੀਂ ਸੀ, ਭਾਵੇਂ ਕੋਈ ਪਹਿਲਾਂ ਹੀ ਰੱਖ ਲਵੇ ਨਾਮ। ਰਜਿਸਟਰਡ ਥੋੜ੍ਹਾ ਜਦੋਂ ਤੱਕ ਬੱਚਾ ਜੰਮਦਾ ਨਹੀਂ ਉਦੋਂ ਤੱਕ ਹਸਪਤਾਲ ਵਾਲੇ ਜਾਂ ਚੌਕੀਦਾਰ ਰਜਿਸਟਰਡ ਨਹੀਂ ਕਰਦਾ ਆਪਣੇ ਰਜਿਸਟਰ 'ਤੇ। ਕਈ ਜੰਮਣ ਤੋਂ ਪਹਿਲਾਂ ਬੱਚਿਆਂ ਦੇ ਮੈਂ ਇਸ ਬੱਚੇ ਦਾ ਨਾਮ ਰੱਖਣਾ, ਰੱਖ ਲਓ, ਕੋਈ ਗੱਲ ਨਹੀਂ। ਜਦੋਂ ਤੱਕ ਉਹ ਆਉਂਦਾ ਨਹੀਂ, ਜੰਮਦਾ ਨਹੀਂ, ਉਦੋਂ ਤੱਕ ਰਜਿਸਟਰ 'ਤੇ ਨਾਮ ਨਹੀਂ ਚੜ੍ਹਦਾ। ਇਸ ਕਰਕੇ ਸਾਡੇ 'ਤੇ ਨਾਮ ਵੀ ਨਹੀਂ ਸਨ ਜਿਸ ਦਿਨ ਆਏ ਸੀ। ਜੇ ਅੱਜ 4 ਛਿੱਲੜ ਨੇ, ਕੁਝ ਰਹਿਣ ਨੂੰ ਛੱਤ ਵਧੀਆ ਹੈ, ਜਾਂ ਕੁਝ ਰੱਬ ਨੇ ਬਰਕਤਾਂ ਪਾ ਦਿੱਤੀਆਂ ਤੇ ਮੇਰੀ ਮੇਰੀ ਨਹੀਂ ਕਰਨੀ। ਜਿਵੇਂ ਅਸੀਂ ਆਸ ਰੱਖੀ ਸੀ ਆਪਣੇ ਬਜ਼ੁਰਗਾਂ ਕੋਲੋਂ ਸੱਜੇ ਖੱਬਿਓਂ ਵੀ ਸਾਨੂੰ ਵੀ ਕੋਈ ਹੈਲਪ ਮਿਲੇ, ਅਸੀਂ ਵੀ ਜ਼ਿੰਦਗੀ ਵਿੱਚ ਆਪਣਾ ਘਰ ਬਣਾਈਏ, ਤਰੱਕੀਆਂ ਕਰੀਏ, ਬਾਹਰ ਜਾਈਏ, ਬਿਜ਼ਨਸ ਵਧਾਈਏ। ਇੱਦਾਂ ਹੀ ਅਗਲੀ ਪੀੜ੍ਹੀ ਵੀ ਚਾਹੁੰਦੀ ਹੈ, ਇੱਦਾਂ ਸਾਡੀਆਂ ਨੂੰਹਾਂ ਧੀਆਂ ਵੀ, ਜਵਾਈ ਵੀ ਚਾਹੁੰਦੇ ਨੇ ਅਸੀਂ ਵੀ ਤਰੱਕੀ ਕਰੀਏ। ਹਰ ਇੱਕ ਦੀ ਹੈਲਪ ਕਰਨੀ ਚਾਹੀਦੀ ਜਿੰਨੀ ਕੋਈ ਕਰ ਸਕਦਾ। ਸੋ ਇਸ ਕਰਕੇ ਮੇਰੀ ਮੇਰੀ ਨਹੀਂ ਕਰਨੀ। ਬਾਣੀ ਵਿੱਚ ਹੋਰ ਪੰਕਤੀ ਪੜ੍ਹਦੇ ਨੇ, ਮੈਂ ਨਾਹੀਂ ਪ੍ਰਭ ਸਭ ਕਿਛ ਤੇਰਾ, ਇਹ ਕਹਿ ਦੇਣਾ। ਕਿਉਂਕਿ ਜਦੋਂ ਮੇਰਾ ਕਹਿੰਦਾ ਲੜਾਈ ਮੇਰੀ ਦੀ ਪੈਂਦੀ ਹੈ। ਇਸ ਕਰਕੇ ਭਗਤ ਜੀ ਦੀ ਪੰਕਤੀ, ਲਾਜ ਨਾ ਮਰੋ ਕਹੋ ਕਰ ਮੇਰਾ, ਅੰਤ ਕੀ ਬਾਰ ਨਹੀਂ ਕਛ ਤੇਰਾ। ਅੰਤ ਕੀ ਬਾਰ ਨਹੀਂ ਕਛ ਤੇਰਾ। ਇੱਥੇ ਅੰਤ ਕੀ ਬਾਰ ਅਸੀਂ ਮੌਤ ਨੂੰ ਲੈ ਲੈਂਦੇ, ਉਹਦਾ ਅੰਤ ਕੀ ਬਾਰ ਤੇ ਵਿਚਾਰਾਂ ਦੇ ਨਾਲ ਅਸੀਂ ਗੱਲ ਕਰੀਏ ਤੇ ਅੰਤ ਕੀ ਵਾਰ ਤੇ ਹਰ ਵੇਲੇ ਹੀ ਹੈ, ਹਰ ਵੇਲੇ ਹੀ ਹੈ। ਹਰ ਸਮਾਂ ਅੰਤ ਕੀ ਵਾਰ ਹੈ, हर घंटा अंत की वार है, हर मिनट हर सेकंड हम आदमी हाँ एकदमी अंत की वार है।
ਹੁਣੇ ਥੋੜਾ ਜਿਹਾ ਚੱਕਰ ਆ ਕੇ ਬੰਦਾ ਡਿੱਗ ਜਾਏ ਤੇ ਕੀ ਮੇਰਾ ਜੀ। ਬਾਣੀ 'ਚ ਲਿਖਿਆ ਸਭ ਕੁਝ। ਅਸੀਂ ਘਰਾਂ ਦੇ ਵਿੱਚ ਝਗੜ ਪੈਂਦੇ ਹਾਂ, ਡਾਂਗਾਂ ਕੱਢ ਲੈਂਦੇ ਹਾਂ ਸ਼ਰੀਕ ਇੱਕ ਦੂਜੇ ਦੇ ਉੱਪਰ, ਤੇ ਮਾੜਾ ਜਿਹਾ ਸਰੀਰ ਢਿੱਲਾ ਹੁੰਦਾ ਤੇ ਇਦਾਂ ਲੱਗਦਾ ਵੀ ਹੁਣ ਗਏ ਬਸ। ਤੇ ਫਿਰ ਕੀ ਹੈ ਭਗਤ ਜੀ ਕਹਿੰਦੇ, ਲਾਜ ਨਾ ਮਰੋ ਸੰਗ ਨਹੀਂ ਕਰਦਾ, ਕਹੋ ਘਰ ਮੇਰਾ ਅੰਤ ਕੀ ਵਾਰ ਨਹੀਂ ਕਛ ਤੇਰਾ, ਤੇਰੀ ਕੋਈ ਵੀ ਚੀਜ਼ ਨਹੀਂ ਚੇਤੇ ਰੱਖ। ਇੱਕ ਸੂਈ ਤੱਕ ਤੂੰ ਆਪਣੇ ਨਾਲ ਨਹੀਂ ਲੈ ਕੇ ਜਾ ਸਕਦਾ। ਜੋ ਹੱਥਾਂ ਦੇ ਵਿੱਚ ਕੰਨਾਂ ਦੇ ਵਿੱਚ ਸਰੀਰ 'ਤੇ ਚਿੰਬੜਿਆ ਨਾ ਪਾਇਆ ਹੋਇਆ, ਸਭ ਤੋਂ ਪਹਿਲਾਂ ਉਹਨੂੰ ਸਾਂਭਿਆ ਜਾਂਦਾ, ਗੁਸਤਾਖੀ ਮਾਫ। ਬਾਕੀ ਸਰੀਰ ਨੂੰ ਬਾਅਦ ਵਿੱਚ ਦੇਖਿਆ ਜਾਂਦਾ, ਪਹਿਲਾਂ ਉਂਗਲਾਂ ਟੋਹੀਆਂ ਜਾਂਦੀਆਂ, ਗਲੇ ਦੇਖੇ ਜਾਂਦੇ ਆ। ਸਾਰੇ ਕਹਿੰਦੇ ਨੇ ਕਿਤੇ ਦੂਜਾ ਨਾ ਲੈ ਜੇ, ਤੀਜਾ ਨਾ ਲੈ ਜੇ, ਚੌਥਾ ਨਾ ਲੈ ਜੇ, ਕਰ ਲੈ ਕਮਾਈਆਂ। ਆ ਗਈ ਸਮਝ। ਲਾਜ ਨਾ ਮਰੋ ਕਹੋ ਘਰ ਮੇਰਾ ਅੰਤ ਕੀ ਵਾਰ ਨਹੀਂ ਕਛ ਤੇਰਾ, ਤੇਰੇ ਦੇ ਬੋਝੇ ਦੇ ਵਿੱਚ ਜੇ ਕਿਤੇ 10 ਰੁਪਈਏ ਵੀ ਹੋਏ ਨਾ ਜਾਣ ਲੱਗੇ, ਉਹ ਵੀ ਕੱਢ ਲੈਣੇ, ਕਹਿਣਾ ਕਾਹਤੋਂ ਸਾੜਨੇ ਆ, ਕੰਮ ਆਉਣਗੇ। ਤੈਨੂੰ ਕੱਪੜੇ ਉਹ ਪਵਾਉਣੇ ਨੇ ਨਾ ਜਿਹਨੂੰ ਖੀਸਾ ਨਹੀਂ ਹੋਣਾ, ਜੇਬ ਨਹੀਂ ਹੋਣੀ, ਔਰ ਉਸ ਤਰ੍ਹਾਂ ਤੈਨੂੰ ਭੇਜਿਆ ਜਾਣਾ। ਵਾਹਿਗੁਰੂ ਬਸ ਜਿਵੇਂ ਇਹਦੇ ਨਾਲ ਕਦੀ ਇੱਦਾਂ ਲੱਗਦਾ ਮੁਰਦੇ ਨਾਲ ਜਿੱਦਾਂ ਦੁਸ਼ਮਣੀ ਹੁੰਦੀ ਹੈ, ਹੱਥ ਲਾਉਣ ਤੋਂ ਵੀ ਕਹਿੰਦਾ ਪਰੇ 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 ਪਰੇ। ਰੇ ਭੋਰੇ ਤੋਏ ਰੇ ਭੋਰੇ ਉਹ ਬਾਵਰਿਆ, ਬਾਣੀ ਕਹਿੰਦੀ ਪਈ ਹੈ ਰੇ ਬੋਰੇ ਓਏ ਗਾਫਲਾ ਪਾਗਲਾ, ਰੇ ਬੋਰੇ ਤੋਏ ਘਰੀ ਨਾ ਰਾਖੇ ਕੋਈ, ਤੂੰ ਰਾਮ ਨਾਮ ਜਪ ਸੋਈ ਹੈ ਨਹੀਂ ਕਿਸੇ ਨੇ ਰੱਖਣਾ। ਮੁਸ਼ਕ ਆਉਣਾ ਤੇਰੇ ਕੋਲੋਂ ਤਾਂ ਤੈਨੂੰ ਕਹਿਣਾ ਇਹਨੂੰ ਕੱਢੋ, ਇਸ ਨੂੰ ਕੀ ਰੱਖ ਕੇ ਕਰਨਾ, ਇਹ ਸਾਡੇ ਕੰਮ ਦਾ ਨਹੀਂ। ਇਹਦਾ ਮਤਲਬ ਕੰਮ ਕਰਕੇ ਹੀ ਸਾਰੇ ਹੈ ਨਾ ਸਾਡੇ ਨਾਲ। ਧੰਦੇ ਨਾ ਅੰਤ ਕੀ ਵਾਰ ਨਹੀਂ ਕਛ ਤੇਰਾ, ਸਾਰੀ ਸਾਧ ਸੰਗਤ ਜੀ ਦਮੜੀ ਕਰਕੇ ਚਮੜੀ ਕਰਕੇ ਕਈ ਚੀਜ਼ਾਂ ਕਰਕੇ ਜੁੜੇ ਹੋਏ ਹਾਂ। ਚਲੋ ਸੰਸਾਰ ਚੱਲਦਾ ਵੀ ਇਸ ਤਰ੍ਹਾਂ ਹੀ ਹੈ, ਪਰ ਸੰਸਾਰ ਨੂੰ ਮਤਲਬ ਹੀ ਕਹਿ ਦਿੱਤਾ ਗੁਰੂਆਂ ਨੇ। ਬਾਣੀ ਦੀਆਂ ਪੰਕਤੀਆਂ ਪੜ੍ਹੀ ਜਾਣੀਆਂ ਤੇ ਅਸੀਂ ਕਲੀਅਰ ਕਰੀ ਜਾਣਾ। ਜਗਤ ਮੈਂ ਝੂਠੀ ਦੇਖੀ ਪ੍ਰੀਤ ਨਵੇਂ ਪਾਤਸ਼ਾਹ ਦਾ ਫਰਮਾਨ ਹੈ, ਇਹਦੇ ਵਿੱਚ ਸਾਰੇ ਰਿਸ਼ਤੇ ਆ ਗਏ। ਜਗਤ ਮੈਂ ਝੂਠੀ ਦੇਖੀ ਪ੍ਰੀਤ ਆਪਣੇ ਸੁਖ ਸਿਉ ਹੀ ਸਭ ਲਾਗੇ, ਕਿਆ ਦਾਰਾ ਕਿਆ ਮੀਤ ਅੰਤ ਕੀ ਬਾਰ ਨਹੀਂ ਕਛ ਤੇਰਾ। ਸੁਖ ਮੈਂ ਆਨ ਬਹੁਤ ਮਿਲ ਬੈਠਤ, ਰਹਿਤ ਚਹੂੰ ਦਿਸ ਘੇਰੈ, ਬਿਪਤ ਭਰੀ ਸਭ ਹੀ ਸੰਗ ਛਾੜਤ, ਕੋ ਨਾ ਆਵਤ ਨੇਰੈ। ਸੋ ਜਦੋਂ ਜ਼ਰੂਰਤ ਪਏਗੀ ਲੋਕੀ ਟਾਲ ਮਟੋਲ ਕਰਨਗੇ, ਬਹਾਨੇ ਲਾਉਣਗੇ, ਮੇਰੇ ਕੋਲ ਟਾਈਮ ਨਹੀਂ। ਕਿਸੇ ਕੋਲੋਂ ਤੂੰ ਦਮੜੀ ਮੰਗ ਕੇ ਵੇਖੀ, ਮੁੜ ਕੇ ਤੇਰੇ ਘਰ ਪਤਾ ਹੀ ਨਹੀਂ ਲੈਣ ਆਉਣਾ। ਘਰ ਆਏ ਨੂੰ ਕਹੀਂ ਮੈਨੂੰ 20,000 50,000 ਲੱਖ ਰੁਪਈਆ ਭਾਉ ਦੇ, ਭਾ ਦੇ। ਉਹ ਇੱਕ ਵਾਰੀ ਤੇ ਆ ਗਿਆ, ਦੂਜੀ ਵਾਰ ਨਹੀਂ ਆਏਗਾ। ਕੀ ਬਾਣੀ ਵਿੱਚ ਲਿਖਿਆ, ਰਹਿਤ ਚਹੂੰ ਦਿਸ ਘੇਰੇ ਬਿਪਤ ਭਰੀ। ਜਦੋਂ ਤੇ ਸਤਸੰਗ ਜੀ ਚੜ੍ਹਦੀ ਕਲਾ ਹੁੰਦੀ ਹੈ, ਉਦੋਂ ਤੇ ਮਿੱਤਰ ਵੀ ਆਉਂਦੇ ਨੇ, ਉਹ ਰੋਜ਼ ਹੀ ਆ ਜਾਂਦੇ ਨੇ ਛਕਣ ਵਾਲੇ। ਤੇ ਜਦੋਂ ਤਾਕਤ ਨਹੀਂ ਰਹਿੰਦੀ, ਪੈਸਾ ਨਹੀਂ ਰਹਿੰਦਾ, ਬਿਪਤ ਭਰੀ ਸਭ ਹੀ ਸੰਗ ਛਾੜਤ, ਕੋ ਨ ਆਵਤ ਨੇਰੈ। ਇਸ ਕਰਕੇ ਅੰਤ ਕੀ ਬਾਰ ਨਹੀਂ ਕਛ ਤੇਰਾ ਰਹਾਓ। ਅਨਕ ਯਤਨ ਕਰ ਕਾਇਆ ਪਾਲੀ, ਕਾਇਆ ਦਾ ਮਤਲਬ ਸਰੀਰ। ਬੜੇ ਬੜੇ ਯਤਨ ਕਰਕੇ ਸਰੀਰ ਨੂੰ ਸੋਹਣਾ ਬਣਾਇਆ ਜਾਂਦਾ ਹੈ। ਨਿੱਕੇ ਨਿੱਕੇ ਨਿਆਣਿਆਂ ਦੀ ਕਿੰਨੀ ਮਾਲਿਸ਼ ਕੀਤੀ ਜਾਂਦੀ ਹੈ, ਉਹਨਾਂ ਦੀਆਂ ਹੱਡੀਆਂ ਮਜ਼ਬੂਤ ਹੋਣ ਤੇ ਉਹ ਨਿਖਰਨ ਤੇ ਉਹਨਾਂ ਦੀਆਂ ਹੱਡੀਆਂ ਵਧਣ। ਬੱਚੇ ਦੀਆਂ ਕਿੰਨੀਆਂ ਮਾਲਿਸ਼ਾਂ ਕੀਤੀਆਂ ਜਾਂਦੀਆਂ ਨੇ। ਜਵਾਨ ਹੁੰਦਾ ਕਿੰਨੀ ਕਸਰਤ ਕਰਦਾ, ਜਿੰਮਾਂ ਵਿੱਚ ਨੌਜਵਾਨ ਜਾਂਦੇ ਨੇ, ਕਈ ਕੁਝ ਕਰਦੇ, ਮਤਲਬ ਆਪਣੀ ਦੇਹੀ ਨੂੰ ਹਰ ਕੋਈ ਸਵਾਰ ਕੇ ਰੱਖਦਾ, ਸੋਹਣੀ ਬਣਾ ਕੇ ਰੱਖਦਾ। ਅਨਕ ਯਤਨ ਕਰ ਕਾਇਆ ਪਾਲੀ, ਆਪਣੀ ਸਿਹਤ ਨੂੰ
ਸੋਹਣਾ ਦਿਖਾਉਣ ਦੇ ਲਈ ਅਮੀਰ ਲੋਕ ਲੱਖਾਂ ਰੁਪਈਆ ਤੱਕ ਸਰਜਰੀਆਂ ਕਰਾ ਕੇ ਮੂੰਹ ਦੀ, ਸਰੀਰ ਦੇ ਪਾਰਟ ਦਾ, ਕਈ ਪਾਰਟਸ ਦੀ ਉਹਨੂੰ ਰੂਪ ਦਿੰਦੇ ਨੇ। ਅਨਕ ਯਤਨ ਦੇਖੋ ਪਹਿਲਾਂ ਹੀ ਲਿਖ ਦਿੱਤਾ ਭਗਤਾਂ ਨੇ, ਅਨਕ ਯਤਨ ਕਰ ਕਾਇਆ ਪਾਲੀ। ਕਈ ਤਰੀਕਿਆਂ ਦੇ ਨਾਲ ਸਰੀਰ ਨੂੰ ਵੱਡਾ ਕੀਤਾ। ਮਾਂ ਬਾਪ ਨੇ ਖੁਰਾਕਾਂ ਦਿੱਤੀਆਂ, ਬਜ਼ੁਰਗਾਂ ਨੇ ਖੁਰਾਕਾਂ ਦਿੱਤੀਆਂ, ਉਹ ਇਹ ਨਿਆਣਿਓ ਖਾਓ, ਆ ਛਕੋ, ਤੁਹਾਡੇ ਕੰਮ ਆਉਣਗੀਆਂ, ਆ ਚੀਜ਼ ਖਾਓ, ਨਿਆਣੇ ਨੂੰ ਦਿੱਤੀ ਜਾਂਦੀ ਤੇਰਾ ਦਿਮਾਗ ਤੇਜ਼ ਹੋਵੇ, ਆ ਦਵਾਈ ਦਿੱਤੀ ਜਾਂਦੀ ਤੇਰੀਆਂ ਹੱਡੀਆਂ ਮਜ਼ਬੂਤ ਹੋਣ। ਸਾਰੇ ਦਿੰਦੇ ਹਾਂ ਅਸੀਂ, ਤੁਸੀਂ ਸਾਰੇ। ਮਤਲਬ ਕਹਿੰਦਾ ਵੀ ਦੇਖੋ ਭਗਤ ਜੀ ਕਹਿੰਦੇ ਬੜੇ ਯਤਨਾਂ ਦੇ ਨਾਲ ਕਾਇਆ ਨੂੰ ਪਾਲਿਆ ਤੂੰ। ਅਨਕ ਯਤਨ ਕਰ ਕਾਇਆ ਪਾਲੀ। ਬੜੀਆਂ ਕਸਰਤਾਂ ਕੀਤੀਆਂ, ਬੜੀਆਂ ਡੰਡ ਬੈਠਕਾਂ ਮਾਰੀਆਂ, ਬੜੇ ਘਿਓ ਦੇ ਛੰਨੇ ਪੀਤੇ, ਬੜੀ ਮਿਹਨਤ ਕੀਤੀ, ਸਰੀਰ ਨੂੰ ਕਮਾਇਆ। ਤੇ ਹੁਣ ਸੁਣ ਭਗਤ ਜੀ ਕਹਿੰਦੇ ਉਹ ਅਨਕ ਯਤਨ ਕਰ ਕਾਇਆ ਪਾਲੀ। ਆਪਣੀ ਕਾਇਆ ਨੂੰ ਪਾਲਿਆ ਤੂੰ ਮਰਤੀ ਬਾਰ। ਜਦੋਂ ਮਰਨ ਦੇ ਨੇੜੇ ਆਇਆ ਮਰਤੀ ਬਾਰ ਅਗਨ ਸੰਗ ਜਾਲੀ। ਮਰਨ ਵੇਲੇ ਮਤਲਬ ਜਦੋਂ ਮੌਤ ਆਉਂਦੀ ਹੈ, ਇਸ ਕਾਇਆ ਨੂੰ ਲੱਕੜ ਦੇ ਨਾਲ ਜਾਲ ਦਿੱਤਾ ਜਾਂਦਾ, ਮਤਲਬ ਸਾੜ ਦਿੱਤਾ ਜਾਂਦਾ। ਤੇਰੀ ਸੰਗਤ ਹੋਣੀ ਹੈ ਆਖਰੀ ਅਗਨ ਦੇ ਨਾਲ। ਸਾਨੂੰ ਅਗਨੀ ਭੇਟਾ ਕਰ ਦਿੱਤਾ ਜਾਣਾ। ਮਰਤੀ ਬਾਰ ਅਗਨ ਸੰਗ ਜਾਲੀ। ਸੋ ਅੱਗ ਦੇ ਨਾਲ ਕਹਿੰਦੇ ਸਾੜ ਦਈਦਾ। ਇਸ ਕਰਕੇ ਬੜੇ ਯਤਨਾਂ ਦੇ ਨਾਲ ਜਿਸ ਸਰੀਰ ਨੂੰ ਤੂੰ ਪਾੜ ਰਿਹਾ, ਕੋਈ ਗੱਲ, ਕਿਸੇ ਦਾ ਸਰੀਰ ਕਮਜ਼ੋਰ ਹੈ, ਕਿਸੇ ਦਾ ਤਕੜਾ, ਰੱਬ ਨੂੰ ਕੋਈ ਫਰਕ ਨਹੀਂ ਪੈਂਦਾ। ਹਾਂ ਉਹ ਵੱਖਰੀ ਗੱਲ ਹੈ, ਕੋਈ 4 ਦਿਨ ਜ਼ਿਆਦਾ ਕੱਢ ਜਾਂਦਾ ਹੈ, ਕੋਈ 4 ਦਿਨ ਘੱਟ ਜੀ ਲੈਂਦਾ। ਉਮਰ ਜ਼ਿਆਦੀ ਜੀਣ ਦੇ ਨਾਲ ਕੋਈ ਵੱਡੀ ਗੱਲ ਨਹੀਂ। ਅਸੀਂ ਕਹਿ ਦਿੰਦੇ ਹਾਂ ਵੀ ਉਹ ਤੇ ਜੀ ਫਲਾਨੀ ਪੌੜੀ ਚੜ੍ਹ ਗਿਆ ਜੀ। ਪੌੜੀ ਕਿਹੜੀ ਚੜ੍ਹ ਗਿਆ? ਜ਼ਿੰਦਗੀ ਵਿੱਚ ਜੇ ਕੁਛ ਕੀਤਾ ਨਹੀਂ, ਧਰਮ ਨਹੀਂ ਕਮਾਇਆ, ਨਾਮ ਨਹੀਂ ਜਪਿਆ, ਸੰਗਤ ਨਹੀਂ ਕੀਤੀ, ਉਹ ਚਾਹੇ 100 ਸਾਲ ਦਾ ਕਿਉਂ ਨਾ ਹੋਵੇ। ਉਹ ਚਾਹੇ ਦੇਖੋ ਪਿਓ ਹਰਨਾਕਸ਼ ਹੈ, ਉਹਨੂੰ ਕੀ ਕਰਨਾ ਉਹਦੀ ਉਮਰ ਨੂੰ। ਪ੍ਰਹਲਾਦ ਤੇ ਨਿੱਕਾ ਜਿਹਾ, ਪ੍ਰਹਲਾਦ ਤੇ ਨਿੱਕਾ ਜਿਹਾ, ਪਰ ਉਹ ਨਿੱਕਾ ਜਿਹਾ ਗੱਲ ਬੜੀ ਵਧੀਆ ਕਰਦਾ। ਉਹਦੇ ਨਿੱਕੇ ਜੀ ਦੀ ਕਮਾਈ ਬਹੁਤ ਹੈ ਤੇ ਪਿਓ ਏਡਾ ਵੱਡਾ। ਪਿਓ ਤੇ ਸਿਆਣਾ ਹੁੰਦਾ, ਪਰ ਪਿਓ ਨੂੰ ਇੱਥੇ ਹੁਣ ਕੀ ਕਹੀਏ, ਉਹਨੂੰ ਅਕਲ ਹੀ ਨਹੀਂ। ਉਹ ਕਹਿੰਦਾ ਆਪਣੇ ਇਹਦੇ ਮੇਰੇ ਪੁੱਤਰ ਨੂੰ ਮਾਰ ਦਿਓ, ਕਿਉਂਕਿ ਇਹ ਰਾਮ ਜਪਦਾ। ਤੇ ਉਹ ਕਹਿੰਦਾ ਮਾਰ ਦੇ, ਕੋਈ ਗੱਲ ਨਹੀਂ ਛੋਡੋ ਰੇ ਬਾਬਾ, ਨਹੀਂ ਛੋਡੋ ਰੇ ਬਾਬਾ ਰਾਮ ਨਾਮ, ਮੇਰਾ और पढ़न स्यों नहीं काम। मैनू कोई काम नहीं और, मैं नहीं राम छड़ना, मार दे। मोको कार जार भावें मार डार, मैनू जला दे, मैनू मार दे। प्रहलाद कहता मैं नहीं छड़ना। हुण इत्थे उमरां दी गल थोड़ो है। साहिबजादियां दी उम्र तो छोटी जी है, तो औरंगजेब की उम्र किड्डी है। वो तो सियाणा बजुर्ग है, वो सियाणा हो के गलत गल करदा है, बेइनसाफी करदा। पर जिहड़े बच्चे निक्के निक्के ने 7 8 9 साल दे विच, ਉਹ किन्नी सियाणी ते वड्डी गल करदे ने, ज्ञान वाली गल करदे ने। ये नहीं देखा जाता किसी की उम्र किन्नी, ये देखा जाता किसी की कमाई किन्नी। इस करके कमाई नूं रब देखदा, उमरां नूं नहीं देखदा। कोई किन्ने साल की उम्र जी के जाता, रब नूं कोई मतलब नहीं। लख नागा करोड़ कागा बड़ियां पंछियां दी, जानवरां दियां उमरां ने। उम्र दे नाल नहीं कोई वड्डी गल हुंदी, उम्र दे विच आके की कीता गल ये हुंदी है। इस करके मरती बार अगन संग जाली, चोआ चंदन मर्दन अंगा। चोआ दा मतलब हुंदा अतर। अपने शरीर नूं सोहना बनाउण वास्ते, दूजे नूं सोहना दिखाउण वास्ते चोआ चंदन मतलब सोहनी खुशबू अतर। मर्दन दा मतलब मालिश करनी।
चोआ चंदन अपने शरीर नूं जदों कोई तैयार हुंदा है वो चंदन लाउंदा है, महक लाउंदा है, खुशबू लाउंदा है ते अपने शरीर नूं जिवें मैं पहला बेनती कर चुका मर्दन अंगा अंगां दा मतलब शरीर दे अंगां नूं मालिश कर करके मतलब उसनूं ताकतवर बनाउंदा है, सोहना बनाउंदा है। ते अगे फिर वही सो तन जलै काठ के संगा, काठ का मतलब भी लकड़ां दी ढेरी, सो तन जलै काठ के संगा मतलब लकड़ां दी ढेरी दे उपर ओ मालिश कीता, ओ चोआ चंदन वाला तन उत्थे साड़ दिता जांदा है, जला दिता जांदा है। एक बाणी दी पंक्ति है, जे मृतक को बिष्टा माहे रलाई, जे मृतक नूं चंदन चढ़ा दिओ तो बाणी कहती तां भी कोई फर्क नहीं, जे उसनूं किते कूड़े खाने विच रख दिओ चाहे उसनूं गंदी जगह ते रख दिओ, जे मृतक को बिष्टा माहे रलाई तां मृतक का क्या घट जाई, सो तन जले काठ के संगा। ये शरीर लकड़ां दे नाल एक दिन खाक होना। कबीर धूर सकेल के पुरियां बांधी दे, इस करके सोतन जलै काठ के संगा। आखिरी पंक्ति कबीर जी कहते कहो कबीर सुनो, कहो कबीर सुनो रे गुनिया, गुनिया का मतलब वो सियाणिया, सियाणे भी क्या बाणी विच मूर्ख करके भी संबोधन किया तो सियाणे करके भी क्या। कबीर जी कहते कहो कबीर सुनो रे गुनिया, गुनिया का मतलब वो सियाणे बंदे विचारवान मनुख, विचार करने के लिए तेन बुद्धि मिली है। सुन कहो कबीर सुनो रे गुनिया, बिन सै गो रूप देखे सब दुनिया, तेरे नाश होंदे शरीर नूं दुनिया नूं जिवें तू देखिया ना, जिवें शुरू च बेनती की असीं तोरिया कईयां नूं ते एक दिन सानू भी किसी ने तोरना। बिन से गो रूप ये संसार नाश हुंदा असी वेखिया, करोपियां हुंदियां असी वेखियां, हड़ां दे विच रुड़दे लोग असी वेखे, जिउंदे जलदे लोग असी वेखे, मंजियां ते तड़फदे लोग मरदे असी सारियां ने देखे। ते भगत कबीर जी आखिरी पंक्ति विच कहंदे ने तू भी देखी हुण फिर बिनसे गो रूप, तेरा भी रूप एक दिन देखी ढलदा ढलदा, देखते जवानी दी 20 साल दे उम्र दी फोटो, बिनसे गो रूप तेरा रूप भी ढलेगा और देख देख के झूरेगा भाई ये भी दिन सन। बिनसे गो रूप तेरा रूप ढलेगा, बनसेगा, कल जवान सी अज बुढ़ेपे वाल जा रहे हैं, बुढ़ेपे तो अगे तो फिर मौत तो इलावा कुछ नहीं, देखे सब दुनिया। सो इन्नी लोईनी देखदियां खेती चल गई फरीदा, लोकां आपो अपनी मैं अपनी पई। सो तू भी देखिया ते तैनू भी किसी ने देखना, मतलब चले जाना है इस जग तो। इस करके विचारवान बन, सियाणा बन, ज्ञानी बन, प्रेमी बन, गुरु दा दास बन, गुरु दा गोला बन। यही सानू दसिया संसार की नाशवानता नू दर्शा के परम पिता परमात्मा नाल जुड़न दे लई सत्संग जी आख्या गया। सो इसी बहुत ही प्यारा शब्द भगत कबीर दा जो सानू बहुत ही प्यारा ज्ञान बख्शिश किया। कल का शब्द बड़ा प्यारा, अवर मोए क्या सोग करीजै, दूजियां ते मरण ते सोग करन वाले बारे दसिया। चलो ये गुरु जी सवास बख्शन, सबनों तंदुरुस्तियां देन ते ये विचार शब्द की कल आएगी। सो गुरु महाराज जी कृपा कर तुहाडी सब दी हाजरी प्रवान करन। महाराज जी सानू सबनों बख्श दिओ, सब दा भला कर दिओ, सब दे बच्चियां नूं खुशियां तंदुरुस्तियां, हर मैदान फतेह, नितनेम अमृत वेले दी दात, अपनी गोद निघा प्रेम निघा आनंद सदा ही बख्शदे रहना आस करदे हां। कै रविदास आस लग जीवो, चिर पयो दर्शन देखे। वाहिगुरू जी का खालसा, वाहिगुरू जी की फतेह।